ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਹਾਲਾਂਕਿ ਐਗਰੀਕਲਚਰ ਆਰਡੀਨੈਂਸ ਦਾ ਵਿਰੋਧ ਸਾਰੇ ਮੁਲਕ ਵਿੱਚ ਚੱਲ ਰਿਹਾ ਹੈ, ਪਰ ਇਸੇ ਦੌਰਾਨ ਇਹਦੇ ਬਾਰੇ ਕੀਮਤੀ ਜਾਣਕਾਰੀ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਿਹਾ ਹਾਂ ਤਾਂ ਜੋ ਤੁਸੀਂ ਸਹੀ ਤਰ੍ਹਾਂ ਇਸ ਬਾਰੇ ਜਾਣ ਸਕੋ। ਇਸ ਵੀਡੀਓ ਵਿੱਚ ਮੈਂ ਕੰਟਰੈਕਟ ਫਾਰਮਿੰਗ ਵਾਲਾ ਆਰਡੀਨੈਂਸ ਦਾ ਜਿਹੜਾ ਕਲੌਜ਼ ਆ ਉਹਨੂੰ ਚੰਗੀ ਤਰ੍ਹਾਂ ਪੂਰੇ ਵਿਸਥਾਰ ਵਿੱਚ ਕਵਰ ਕਰ ਰਿਹਾ ਹਾਂ ਤੇ ਇਹਦੇ ਬਾਰੇ ਜਾਣਕਾਰੀ ਦੇ ਰਿਹਾ ਹਾਂ, क्योंकि बाकी ऑर्डीनेंस ਜਿਹੜਾ कि MSP ਨਾਲ ਰਿਲੇਟਡ ਹੈ ਜਾਂ ਕੋਈ ਵੀ ਉਪਜ ਪੂਰੇ ਮੁਲਕ ਵਿੱਚ ਵੇਚਣ ਵਾਲਾ ਆਰਡੀਨੈਂਸ ਹੈ ਉਹਦੇ ਬਾਰੇ ਤੁਹਾਨੂੰ ਆਲਮੋਸਟ ਸਾਰੀ ਜਾਣਕਾਰੀ ਹੈਗੀ ਹੀ ਹੈ। ਪਰ ਜੇ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਚਾਹੀਦੀ ਹੋਵੇ ਵਿਸਤਾਰ ਵਿੱਚ ਤਾਂ ਕਮੈਂਟਸ ਵਿੱਚ ਜ਼ਰੂਰ ਦੱਸ ਦੇਣਾ। ਇਹ ਵੀਡੀਓ ਧਿਆਨ ਨਾਲ ਦੇਖਿਓ ਅਤੇ ਸੁਣਿਓ ਅਤੇ ਇਸ ਆਰਡੀਨੈਂਸ ਦੀ ਕਾਪੀ ਜੇ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਲਿੰਕ ਵਿੱਚ ਮੈਂ ਇਸ ਦਾ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਤਾਂ ਜੋ ਇਸ ਦੀ ਕਾਪੀ ਤੁਸੀਂ ਡਾਊਨਲੋਡ ਕਰ ਸਕੋ ਅਤੇ ਪੜ੍ਹ ਸਕੋ ਚੰਗੀ ਤਰ੍ਹਾਂ ਅਤੇ ਇਸ ਬਾਰੇ ਜਾਣਕਾਰੀ ਹੋਰ ਵੀ ਇਕੱਤਰ ਕਰ ਸਕੋ। ਜੇ ਤੁਹਾਡੇ ਮਨ 'ਚ ਇਹ ਸਵਾਲ ਆ ਨਾ ਕਿਸਾਨਾਂ ਦੇ ਕਿ ਅਸੀਂ ਕਿੰਨੀ ਦੇਰ ਲਈ ਆਪਣੀ ਜ਼ਮੀਨ ਕੰਟਰੈਕਟ 'ਤੇ ਲਿਖਾ ਸਕਦੇ ਹਾਂ, ਤਾਂ ਉਹਦਾ ਜਵਾਬ ਇਹ ਆ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਿਆ ਸਮਾਂ ਹੈਗਾ ਵੱਧ ਤੋਂ ਵੱਧ 5 ਸਾਲ ਅਤੇ ਘੱਟ ਤੋਂ ਘੱਟ ਇੱਕ ਕਰੌਪ ਤੱਕ ਦਾ ਸਮਾਂ। ਕੋਈ ਤੁਹਾਡਾ ਇੱਕ ਫਸਲ ਜਿਵੇਂ ਆਪਾਂ ਕਹਿੰਦੇ ਹਾੜੀ ਜਾਂ ਸਾਉਣੀ, ਇੱਕ ਫਸਲ ਜਿੰਨੇ ਚਿਰ ਤਿਆਰ ਹੁੰਦੀ ਹੈ ਘੱਟੋ ਘੱਟ ਓਨਾ ਸਮਾਂ ਅਤੇ ਵੱਧ ਤੋਂ ਵੱਧ 5 ਸਾਲ। ਜੇ ਕੋਈ ਇਨਸਾਨ 5 ਸਾਲ ਤੋਂ ਵੱਧ ਕੰਟਰੈਕਟ 'ਚ ਲਿਖਾਉਣਾ ਚਾਹੁੰਦਾ ਟਾਈਮ ਤਾਂ ਉਹਨੂੰ ਇਹ ਗੱਲ ਸ਼ੋਅ ਕਰਨੀ ਪਊਗੀ ਕਿ ਕੋਈ ਕਰੌਪ ਇਹੋ ਜਿਹਾ ਜਿਹੜਾ 5 ਸਾਲ ਇਹੋ ਜਿਹਾ ਕੋਈ ਫਸਲ ਆ ਜਿਹੜਾ 5 ਸਾਲ ਤੋਂ ਵੱਧ ਸਮਾਂ ਲੈਂਦਾ ਪੱਕਣ 'ਚ ਅਤੇ ਉਹਨੂੰ ਹਾਰਵੈਸਟ ਕਰਨ 'ਚ 5 ਤੋਂ ਵੱਧ ਸਾਲ ਦਾ ਟਾਈਮ ਲੱਗਦਾ, ਤਾਂ ਫਿਰ ਉਹ ਕੰਟਰੈਕਟ 5 ਸਾਲ ਤੋਂ ਵੱਧ ਦਾ ਬਣ ਸਕਦਾ। ਅਤੇ ਇਹਦੀਆਂ ਗਾਈਡਲਾਈਨਸ ਜਿਹੜੀਆਂ ਕੰਟਰੈਕਟ ਦੀਆਂ ਇਹ ਪ੍ਰੋਪਰ ਸਰਕਾਰ ਵੱਲੋਂ ਬਣ ਕੇ ਆਉਣਗੀਆਂ ਕਿ ਕੰਟਰੈਕਟ ਇਸ ਫਾਰਮੈਟ 'ਚ ਬਣਨਾ, ਉਹਦੇ 'ਤੇ ਪ੍ਰੋਪਰ ਕੰਟਰੈਕਟ 'ਚ ਸਾਰਾ ਕੁਛ ਲਿਖਿਆ ਜਾਊਗਾ। ਇੰਨੇ ਸਮਾਂ ਲਈ ਕਿਸਾਨ ਆਪਦੀ ਜਿਹੜੀ ਜ਼ਮੀਨ ਆ ਉਹ ਕੰਟਰੈਕਟ ਬੇਸ 'ਤੇ ਫਲਾਨੀ ਫਰਮ ਨੂੰ ਦੇ ਰਿਹਾ ਅਤੇ ਦੋਵਾਂ ਦੇ ਉੱਤੇ ਬਕਾਇਦਾ ਸਾਈਨ ਹੋ ਜਾਣਗੇ। ਅਤੇ ਇਹ ਕੰਟਰੈਕਟ ਕੋਈ ਕੱਚਾ ਨਹੀਂ ਹੋਊਗਾ। ਜੇ ਕਿਸਾਨ ਵੀਰ ਮੇਰੇ ਸਮਝਣ ਕਿ ਇੱਕ ਵਾਰੀ ਕੰਟਰੈਕਟ ਅਸੀਂ ਪਾੜ ਦਾਂਗੇ, ਜੇ ਲਿਖਿਆ ਗਿਆ ਤਾਂ ਉਸ ਤੋਂ ਬਾਅਦ ਬੜੇ ਸੋਚ ਸਮਝ ਕੇ ਫੈਸਲਾ ਲੈਣਾ ਹੋਊਗਾ ਤੁਸੀਂ। ਜੇ ਲਿਖਿਆ ਗਿਆ ਉਸ ਤੋਂ ਬਾਅਦ ਉਹ ਕੰਮ ਇੱਕ ਤਰ੍ਹਾਂ ਸਰਕਾਰੀ ਕਾਗਜ਼ਾਂ ਜਮ੍ਹਾਂ ਹੋ ਗਿਆ, ਉਹ ਫਿਰ ਉਦੋਂ ਹੀ ਖਤਮ ਹੋਊਗਾ ਜਦੋਂ ਉਹਦਾ ਟਾਈਮ ਉਹਦੀ ਵੈਲੀਡਿਟੀ ਖਤਮ ਹੁੰਦੀ ਹੈ। ਜਿਵੇਂ ਆਪਾਂ ਕਹਿ ਦਿੰਦੇ ਕੋਈ ਮੋਬਾਈਲ ਦੀ ਵੈਲੀਡਿਟੀ ਆਪਾਂ ਪੁਆੜੀ ਅਤੇ ਉਹਦੀ ਵੈਲੀਡਿਟੀ ਉਦੋਂ ਖਤਮ ਹੁੰਦੀ ਹੈ ਪਲਾਨ ਦੀ ਜਦੋਂ ਉਹਦਾ ਉਹ ਮਕਸਦ ਪੂਰਾ ਹੋ ਜਾਂਦਾ 30 ਦਿਨ ਦੀ ਜਾਂ ਅੱਜ ਕੱਲ੍ਹ ਜਿਵੇਂ 84 ਦਿਨ ਦੀ, ਉਸ ਤੋਂ ਬਾਅਦ ਉਹਦੀ ਵੈਲੀਡਿਟੀ ਖਤਮ। ਉਵੇਂ ਕੰਟਰੈਕਟ ਦੀ ਵੈਲੀਡਿਟੀ ਉਦੋਂ ਖਤਮ ਹੋਊਗੀ, ਉਦੋਂ ਪਹਿਲਾਂ ਤੁਸੀਂ ਆਪਦੀ ਜ਼ਮੀਨ ਨੂੰ ਹੱਥ ਨਹੀਂ ਲਾ ਸਕਦੇ ਇੱਕ ਵਾਰੀ ਕੰਟਰੈਕਟ ਜੇ ਤੁਹਾਡਾ ਸਾਈਨ ਹੋ ਗਿਆ। ਤਾਂ ਇਹ ਗੱਲਾਂ ਨੇ ਜਿਹੜੀਆਂ ਬੜੀਆਂ ਧਿਆਨ 'ਚ ਰੱਖਣ ਵਾਲੀਆਂ, ਹਾਲਾਂਕਿ ਮੇਰਾ ਮਨ ਹੈ ਨਹੀਂ ਸੀ ਆਹ ਗੱਲਾਂ ਤੁਹਾਨੂੰ ਦੱਸਣ ਦਾ, ਬੜੇ ਭਾਰੇ ਮਨ ਨਾਲ ਮੈਂ ਦੱਸਦਾ ਪਿਆ, ਪਰ ਸਾਨੂੰ ਜਿਹੜੀ ਸੱਚਾਈ ਹੁਣ ਮੂਹਰੇ ਆ ਗਈ ਆ ਉਹਦੇ ਨਾਲ ਨਿਪਟਣਾ ਕਿਵੇਂ ਆ ਉਹ ਸਾਨੂੰ ਪਤਾ ਹੋਣਾ ਚਾਹੀਦਾ। ਹਾਲਾਂਕਿ ਗਰੇਜ ਕਰੋ, ਖੁਦ ਮਿਹਨਤਾਂ ਕਰੋ, ਖੁਦ ਵਾਹੀ ਕਰੋ। ਮੈਂ ਤਾਂ ਕਹੂੰਗਾ ਕੰਟਰੈਕਟ ਬੇਸ 'ਤੇ ਕਦੇ ਨਾ ਜਾਇਓ। ਖੁਦ ਆਪਦੀ ਹਿੰਮਤ ਨਾਲ ਆਪਣੇ ਜਿਵੇਂ ਪੁਰਖਿਆਂ ਨੇ ਮਿਹਨਤਾਂ ਕਰ ਜ਼ਮੀਨਾਂ ਬਣਾਈਆਂ, ਖੁਦ ਮਿਹਨਤ ਕਰੋ, ਖੁਦ ਅੱਗੇ ਆਓ, ਹੋਰ ਵਾਹੀ ਵੱਲ ਧਿਆਨ ਦਿਓ। ਜੇ ਪੜ੍ਹ ਵੀ ਰਹੇ ਹਾਂ ਤਾਂ ਨਾਲ ਵਾਹੀ ਵੱਲ ਵੀ ਕੋਈ ਮਾੜੀ ਚੀਜ਼ ਨਹੀਂ ਹੈ ਵਾਹੀ ਕਰਨਾ, ਪਰ ਫਿਰ ਵੀ ਮੇਰਾ ਇੱਕ ਫਰਜ਼ ਸੀਗਾ, ਮੈਂ ਕਿਹਾ ਕਿ ਤੁਹਾਨੂੰ ਕੰਟਰੈਕਟ ਦੀਆਂ ਕੁਛ ਚੀਜ਼ਾਂ ਜੋ ਹੈਗੀਆਂ ਤੁਹਾਨੂੰ ਇੱਕ ਸੰਖੇਪ 'ਚ ਦੱਸ ਸਕਾਂ, ਤਰੀਕੇ ਨਾਲ ਦੱਸ ਸਕਾਂ ਕਿ ਤੁਸੀਂ ਉਹਦੇ ਬਾਰੇ ਜਾਣਕਾਰੀ ਇਕੱਤਰ ਕਰ ਸਕੋ ਕਿ ਇਹ ਕੰਟਰੈਕਟ ਅਸਲ 'ਚ ਭਾਈ ਹੈ ਕੀ, ਅਤੇ ਆਪਦੇ ਨੇੜਲਿਆਂ ਨੂੰ ਆਪਦੇ ਸੱਜਣਾਂ ਨੂੰ ਵੀ ਦੱਸ ਦਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ। ਆਹ ਨਾ ਹੋਵੇ ਕਿ ਗੱਲ ਓਲੀ ਰਹਿ ਜੇ, ਪਤਾ ਨਾ ਹੋਏ ਕੰਟਰੈਕਟ, ਮੁੜ ਕੇ ਤੁਸੀਂ ਵੀ ਟੈਨਸ਼ਨ 'ਚ ਹੋਵੋ, ਪਰਿਵਾਰ ਵੀ ਟੈਨਸ਼ਨ 'ਚ ਹੋਏ। ਤਾਂ ਇਹ ਵੀਡੀਓ ਆ ਜਿਹੜੀ ਮੇਰੀ ਐਂਡ ਤੱਕ ਸੁਣ ਲਿਓ, ਤੁਹਾਨੂੰ ਪ੍ਰੋਪਰ ਪਤਾ ਲੱਗ ਜੂਗਾ। ਇਹਦੇ ਮੇਨ ਪੁਆਇੰਟ ਆ ਜਿਹੜੇ ਮੈਂ ਵਾਈਂਡ ਅਪ ਕੀਤੇ ਹੋਏ ਆ ਇਸ ਵੀਡੀਓ 'ਚ, ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਕੰਟਰੈਕਟ ਕਹਿਣਾ ਕੀ ਚਾਹੁੰਦਾ, ਇਹਦਾ ਮੰਤਵ ਕੀ ਆ ਅਤੇ ਸਾਨੂੰ ਕਿਹੜੀਆਂ ਚੀਜ਼ ਤੋਂ ਬਚਣਾ ਚਾਹੂਗਾ। ਮੈਂ ਸਿਰਫ ਤੁਹਾਨੂੰ ਪੁਆਇੰਟ ਸਮਝਾ ਦੂੰਗਾ, ਬਾਕੀ ਦਿਮਾਗ ਤੁਹਾਡਾ ਆਪੇ ਕੰਮ ਕਰ ਜੂਗਾ ਕਿ ਕਿਹੜੀ ਚੀਜ਼ ਨੂੰ ਅਸੀਂ ਕਿਵੇਂ ਫੋਲੋ ਅਪ ਕਰਨਾ। ਸੋ ਆਹ ਜਿਹੜੀ ਚੀਜ਼ ਸੀਗੀ ਇਹ ਮੈਂ ਤੁਹਾਨੂੰ ਦੱਸਦੀ ਕਿ ਇੰਨੇ ਸਾਲਾਂ ਦਾ ਕੰਟਰੈਕਟ ਸਾਈਨ ਹੋਊਗਾ, ਅਤੇ ਇਹ ਤੁਸੀਂ ਹੁਣ ਇਹ ਗੱਲ ਪਤਾ ਲੱਗ ਗਈ। ਇਸੇ ਤਰ੍ਹਾਂ ਇਸ ਤੋਂ ਬਾਅਦ ਤੁਸੀਂ ਕੋਰਟ ਕੇਸ ਕਿਵੇਂ ਕਰ ਸਕਦੇ ਆ, ਨਹੀਂ ਕਰ ਸਕਦੇ ਕਿ ਕਰ ਸਕਦੇ ਹੋ, ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਅੱਗੇ ਦੀ ਅੱਗੇ ਦੱਸੂਗਾ। ਧਿਆਨ ਨਾਲ ਸੁਣਦੇ ਰਹੋ ਬਸ। ਹੁਣ ਸੱਜਣੋ ਇੱਕ ਗੱਲ ਹੋਰ ਬੜੇ ਧਿਆਨ ਦੇਣ ਵਾਲੀ ਆ ਕਿ ਸੈਂਟਰਲ ਗੌਰਮੈਂਟ ਸਟੇਟ ਗੌਰਮੈਂਟਸ ਨੂੰ ਸਮੇਂ-ਸਮੇਂ 'ਤੇ ਹਦਾਇਤਾਂ ਦਿੰਦੀਆਂ ਰਹਿਣਗੀਆਂ ਕਿ ਇਹ ਜਿਹੜੀਆਂ ਚੀਜ਼ਾਂ ਆਰਡੀਨੈਂਸ 'ਚ ਹੁਣ ਜਿਹੜਾ ਐਕਟ ਬਣ ਗਿਆ, ਆਰਡੀਨੈਂਸ ਪਹਿਲਾਂ ਸੀ ਐਕਟ ਬਣ ਗਿਆ, ਇਸ ਐਕਟ 'ਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ
ਉਹਨਾਂ ਨੂੰ ਇੰਪਲੀਮੈਂਟ ਕਿਵੇਂ ਕਰਾਉਣਾ, ਇਹਦੇ ਬਾਰੇ ਡਾਇਰੈਕਸ਼ਨਸ ਆ ਜਿਹੜੀਆਂ ਸਮੇਂ-ਸਮੇਂ 'ਤੇ ਸੈਂਟਰਲ ਗੌਰਮੈਂਟ ਹੋਊਗੀ ਸਟੇਟ ਗੌਰਮੈਂਟ ਨੂੰ ਦਿੰਦੀਆਂ ਰਹਿਣਗੀਆਂ ਡਾਇਰੈਕਸ਼ਨ ਇੰਪਲੀਮੈਂਟ ਕਰਾਉਣ ਬਾਰੇ। ਅਤੇ ਨਾਲ ਹੀ ਸੱਜਣੋ ਇਹ ਗੱਲ ਬੜੀ ਹੀ ਕਲੀਅਰ ਲਿਖਤੀ ਹੋਈ ਹੈ ਗੌਰਮੈਂਟ ਨੇ, ਜੇ ਮਸਲਾ ਕੋਈ ਡਿਸਪਿਊਟ ਖੜਾ ਹੁੰਦਾ ਕਿਸਾਨ ਅਤੇ ਫਰਮ ਦੇ ਵਿੱਚ ਤਾਂ ਉਹਦਾ ਹੱਲ ਮੈਜਿਸਟ੍ਰੇਟ ਲੈਵਲ 'ਤੇ ਹੋਊਗਾ, ਤੁਸੀਂ ਸਿਵਲ ਕੋਰਟ ਨਹੀਂ ਜਾ ਸਕਦੇ। ਉਹ ਮਸਲਾ 30 ਦਿਨ ਦੇ ਅੰਦਰ ਅੰਦਰ ਮੈਜਿਸਟ੍ਰੇਟ ਲੈਵਲ 'ਤੇ ਹੱਲ ਹੋ ਗਿਆ ਤਾਂ ਠੀਕ ਆ, ਨਹੀਂ ਤਾਂ ਉਹ ਮਾਮਲਾ ADC ਜਾਂ DC ਲੈਵਲ ਤੱਕ ਚਲਾ ਜਾਊਗਾ ਅਤੇ ਉੱਥੇ ਸੋਲਵ ਹੋਊਗਾ। ਅਤੇ ਇਹਨਾਂ ਸਾਰੇ ਲੈਵਲਸ 'ਤੇ ਮੈਜਿਸਟ੍ਰੇਟ, ADC ਅਤੇ DC ਲੈਵਲ 'ਤੇ ਇਹਨਾਂ ਤਿੰਨਾਂ ਜਗ੍ਹਾ ਨੂੰ ਪੋਜੀਸ਼ਨਾਂ ਨੂੰ ਸਿਵਲ ਕੋਰਟ ਜਿੰਨੀਆਂ ਪਾਵਰਾਂ ਗੌਰਮੈਂਟ ਵੱਲੋਂ ਦੇ ਦਿੱਤੀਆਂ ਗਈਆਂ ਕਿ ਇਹਨਾਂ ਕੋਲ ਸਿਵਲ ਕੋਰਟ ਜਿੰਨੀਆਂ ਪਾਵਰਸ ਹੋਣਗੀਆਂ ਜਦੋਂ ਇਹ ਡਿਸਪਿਊਟ ਹੱਲ ਕਰਨਗੇ ਕਿਸਾਨ ਦਾ ਅਤੇ ਫਰਮ ਦਾ। ਜੇ ਸੱਜਣੋ ਤੁਸੀਂ ਕਹੋ ਨਾ ਕਿ ਅਸੀਂ ਸਿਵਲ ਕੋਰਟ ਚਲੇ ਜਾਈਏ ਅਤੇ ਉੱਥੇ ਦਰਵਾਜ਼ਾ ਖੜਕਾ ਦਈਏ ਅਤੇ ਤੁਹਾਡਾ ਹੱਲ ਹੋ ਜਾਊਗਾ, ਤੁਹਾਡੇ ਕੋਲ ਇਹ ਪਾਵਰ ਨਹੀਂ ਹੋਊਗੀ ਕਿ ਤੁਸੀਂ ਸਿਵਲ ਕੋਰਟ ਜਾ ਕੇ ਆਪਦਾ ਕੇਸ ਲੜ ਸਕੋ। ਤੁਹਾਨੂੰ ਕੇਸ ਇੱਥੇ ਹੀ ਲੜਨਾ ਪਊਗਾ, ਚਾਹੇ ਤੁਹਾਡੀ ਜਿਵੇਂ ਵੀ ਤੁਹਾਡੀ ਮਨ ਦੀ ਮਨਸ਼ਾ ਉਹ ਨਹੀਂ ਉਹ ਪਾਸੇ ਰਹੇਗੀ ਗੱਲ, ਸਿਰਫ ਤੁਹਾਨੂੰ ਜਾਣਾ ਪਊਗਾ ਤਾਂ ਇੱਥੇ ਜਾਣਾ ਪਊ ਸਿਵਲ ਕੋਰਟ ਜਿੰਨੀਆਂ ਪਾਵਰਸ ਇਹਨੂੰ ਗੌਰਮੈਂਟ ਨੇ ਦੇਤੀਆਂ ਹੋਈਆਂ ਤਿੰਨੇ ਲੈਵਲਸ 'ਤੇ ਜਿਹੜਾ ਡਿਸਪਿਊਟ ਹੱਲ ਕਰਨ ਲਈ। ਤਾਂ ਸੱਜਣੋ ਇਹ ਗੱਲ ਬੜੇ ਧਿਆਨ ਦੇਣ ਵਾਲੀ ਆ। ਕੱਲ੍ਹ ਨੂੰ ਆਪਣੇ ਵਰਗਾ ਮਾਤਰ ਕੋਈ ਕਿਸਾਨ ਖੜਾ ਹੋ ਜੇ ਕਹੇ ਜੀ ਲੈ ਕੋਈ ਨਹੀਂ ਇੱਥੇ ਨਹੀਂ ਹੱਲ ਹੁੰਦਾ ਤਾਂ ਮੈਂ ਤਾਂ ਉੱਥੇ ਜਾ ਕੇ ਸਿਵਲ ਕੋਰਟ ਦਾ ਦਰਵਾਜ਼ਾ ਖੜਕਾਊਂਗਾ, ਉੱਥੋਂ ਮੇਰਾ ਹੱਲ ਹੋ ਜਾਊਗਾ। ਹਾਲਾਂਕਿ ਸਰਕਾਰ ਨੇ ਕੀਤਾ ਕਿ ਇਹਨੂੰ ਫਾਸਟ ਟਰੈਕ 'ਚ ਹੱਲ ਹੋ ਜਾਣ ਕੇਸ, ਉਹਨਾਂ ਨੇ ਤਾਂ ਇਹਦਾ ਜਿਹੜਾ ਉਹ ਤਾਂ ਇਸ ਲੈਵਲ ਤੱਕ ਮੈਜਿਸਟ੍ਰੇਟ ਅਤੇ DC ADC ਲੈਵਲ ਤੱਕ ਕਿਹਾ ਕਿ ਤੁਹਾਡੇ ਕੇਸ ਹੱਲ ਹੋਣਗੇ, ਪਰ ਕਿਸਾਨਾਂ ਵੱਲੋਂ ਇਹਨੂੰ ਕਈ ਤੌਰ 'ਤੇ ਵੇਖਿਆ ਜਾ ਰਿਹਾ ਅਤੇ ਉਹ ਤੁਸੀਂ ਖੁਦ ਹੀ ਜਾਣਦੇ ਹੋ, ਜਿਹਦੇ ਕਰਕੇ ਸਾਰੇ ਧਰਨੇ 'ਤੇ ਆਪਾਂ ਕਿਸਾਨਾਂ ਨੇ ਇਕਜੁੱਟ ਹੋ ਕੇ ਧਰਨੇ ਪ੍ਰਦਰਸ਼ਨ ਕੀਤੇ ਆ। ਚਲੋ ਉਹ ਗੱਲ ਮੈਂ ਸਿਰਫ ਦੱਸਣਾ ਫਰਜ਼ ਆ, ਸੋਚ ਤੁਹਾਡੀ ਆ ਕਿ ਇਹਦੇ 'ਚ ਤੁਹਾਨੂੰ ਕੀ ਐਕਸਟ੍ਰੈਕਟ ਕਰਦੇ ਆ ਇਨਫੋਰਮੇਸ਼ਨ, ਤੁਹਾਨੂੰ ਕੀ ਲੱਗਦਾ ਕੀ ਫੈਸਲੇ ਤੁਸੀਂ ਲੈਣੇ ਨੇ। ਹਾਂ ਹੁਣ ਇਹ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਇਹ ਜਿਹੜੇ ਸਿਵਲ ਕੋਰਟ ਆ ਉੱਥੇ ਤੁਸੀਂ ਜਾ ਨਹੀਂ ਸਕਦੇ। ਜੇ ਤੁਹਾਡਾ ਕੱਲ੍ਹ ਨੂੰ ਕੋਈ ਤੁਹਾਡਾ ਕੋਈ ਡਿਸਪਿਊਟ ਬਣਦਾ ਤਾਂ ਤੁਹਾਨੂੰ ਸਿਰਫ ਮੈਜਿਸਟ੍ਰੇਟ ਲੈਵਲ, ADC ਲੈਵਲ ਅਤੇ DC ਲੈਵਲ ਤੱਕ ਜਾ ਕੇ ਆਪਣਾ ਮਸਲਾ ਹੱਲ ਕਰਨ ਦੀ ਪਾਵਰ ਹੋਊਗੀ ਅਤੇ ਇਹਨਾਂ ਸਾਰਿਆਂ ਲੈਵਲਸ ਤੱਕ ਸਿਵਲ ਕੋਰਟ ਜਿੰਨੀਆਂ ਪਾਵਰਸ ਇਹਨਾਂ ਨੂੰ ਦੇ ਦਿੱਤੀਆਂ ਜਾਣਗੀਆਂ। ਇੱਕ ਸੱਜਣੋ ਸਰਕਾਰ ਦਾ ਇਸ ਐਕਟ ਬਾਰੇ ਪਤਾ ਕੀ ਪੱਖ ਆ, ਉਹ ਕਹਿੰਦੇ ਪਏ ਨੇ ਕਿ ਪਹਿਲਾਂ COVID-19 ਆ ਗਿਆ, ਉਹਦੇ ਕਰਕੇ ਲੋਕਡਾਊਨ ਲੱਗ ਗਿਆ ਅਤੇ ਸਰਕਾਰ ਦਾ ਤਾਂ ਮੰਤਵ ਇਸ ਤੋਂ ਪਹਿਲਾਂ ਹੀ ਇਸ ਐਕਟ ਨੂੰ ਲੈ ਕੇ ਆਉਣ ਦਾ ਸੀ, ਜਿਹਦੇ ਕਰਕੇ COVID-19 ਅਤੇ ਲੋਕਡਾਊਨ ਕਰਕੇ ਉਹ ਲੇਟ ਹੋ ਗਏ। ਉਹ ਕਹਿੰਦੇ ਸਾਨੂੰ ਕਿਸਾਨਾਂ ਦਾ ਵੈਲਫੇਅਰ ਦੇਖ ਰਿਹਾ ਸੀ, ਉਹਨਾਂ ਦਾ ਵੈਲਬੀਂਗ ਦੇਖ ਰਿਹਾ ਸੀ ਇਹਦੇ 'ਚ ਕਿ ਇਹ ਐਕਟ ਉਹਨਾਂ ਦੀ ਇਨਕਮ ਵਧਾ ਸਕਦਾ, ਉਹਨਾਂ ਨੂੰ ਹੋਰ ਉੱਚੇ ਲੈਵਲ ਤੱਕ ਲੈ ਕੇ ਜਾ ਸਕਦਾ, ਪਰ ਕਹਿੰਦੇ ਅਸੀਂ ਲੇਟ ਹੋ ਰਹੇ ਸੀ। ਪਰ ਫਿਰ ਉਹਨਾਂ ਨੇ ਆਪਦੀ ਲੈਜਿਸਲੇਟਿਵ ਪਾਵਰਸ ਯੂਜ਼ ਕਰਦੇ ਹੋਏ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਸ ਆਰਡੀਨੈਂਸ ਨੂੰ ਪ੍ਰੋਮਿਲਗੇਟ ਕਰਤਾ ਸੀਗਾ 5 ਜੂਨ 2020, 5 ਜੂਨ 2020 ਨੂੰ। ਅਤੇ ਇਹ ਜਿਹੜਾ ਪ੍ਰੋਮਿਲਗੇਟ ਕੀਤਾ ਇਹਦਾ ਮਤਲਬ ਕਿ ਉਹਨਾਂ ਨੇ ਇੱਕ ਇਹਨੂੰ ਲੈ ਆਉਂਦਾ ਪ੍ਰਤੱਖ ਤੌਰ 'ਤੇ ਲੈ ਆਉਂਦਾ ਪੇਸ਼ ਕਰਤਾ ਅਤੇ ਉਹ ਕਹਿੰਦੇ ਕਿ ਇਹਦੇ 'ਚ ਸਾਨੂੰ ਕਿਸਾਨ ਦਾ ਬਹੁਤ ਵਧੀਆ ਫਾਇਦਾ ਦੇਖ ਰਿਹਾ ਸੀਗਾ, ਪਰ ਅਸੀਂ ਲੇਟ ਹੋ ਰਹੇ ਸੀ, ਜਿੰਨਾ ਹੋਏ ਉਹ ਵੀ ਇਹਨਾਂ ਚੀਜ਼ਾਂ ਕਰਕੇ ਲੇਟ ਹੋ ਗਏ ਅਤੇ ਇਹਦੇ ਕਰਕੇ ਇਹ ਸਰਕਾਰ ਦਾ ਪੱਖ ਆ ਜਿਹੜੇ ਉਹ ਇਸ ਗੱਲ ਨੂੰ ਕਹਿੰਦੇ ਪਏ। ਸੱਜਣੋ ਇੱਕ ਗੱਲ ਹੋਰ ਥੱਲੇ ਇਸੇ ਪੇਜ 'ਤੇ ਐਕਟ ਦੇ ਥੱਲੇ ਇਸੇ ਪੇਜ 'ਤੇ ਕੀ ਲਿਖਿਆ ਜਾਂਦਾ ਐਕਟ 'ਚ ਕਿ ਕਿਸਾਨ ਦੇ ਹੱਕਾਂ ਬਾਰੇ ਜਦੋਂ ਐਗਰੀਮੈਂਟ ਸਾਈਨ ਕਰੂਗਾ ਉਹਨੂੰ ਕੀ ਹੱਕ ਮਿਲਣਗੇ ਆਪਦੇ ਇਸ ਕੰਟਰੈਕਟ ਨੂੰ ਸਾਈਨ ਕਰਦੇ ਹੋਏ। ਉਹਦੇ 'ਚ ਜਿਹੜਾ ਅਮਾਊਂਟ ਆ ਜਿੰਨਾ ਪੈਸਾ ਉਹਨੂੰ ਕੰਟਰੈਕਟ 'ਚ ਮਿਲ ਰਿਹਾ ਕੰਟਰੈਕਟ ਸਾਈਨ ਕਰਕੇ ਆਪਦੀ ਜ਼ਮੀਨ ਠੇਕੇ 'ਤੇ ਫਰਮ ਨੂੰ ਦੇ ਕੇ, ਉਹ ਕਿੰਨਾ ਅਮਾਊਂਟ ਆ, ਉਹ ਕਦੋਂ ਉਹਨੂੰ ਭੁਗਤਾਇਆ ਜਾਊਗਾ, ਉਹ ਪੈਸੇ ਕਦੋਂ ਭੁਗਤਾਏ ਜਾਣਗੇ, ਕਿਸਾਨ ਨੂੰ ਕਿੰਨੀ ਤਰੀਕ ਨੂੰ ਕਿਹੜੀ ਵਿਧੀ ਨਾਲ ਭੁਗਤਾਏ ਜਾਣਗੇ, ਉਹ ਸਾਰਾ ਕੁਛ ਉਸ ਕੰਟਰੈਕਟ 'ਚ ਲਿਖਿਆ ਜਾਊਗਾ। ਨਾਲ ਹੀ ਸਰਕਾਰ ਨੇ ਇੱਕ ਗੱਲ ਬੜੀ ਸਾਫ਼ ਤੌਰ 'ਤੇ ਇਹ ਕਹੀ ਆ, ਜਿਹੜਾ ਨੇਚਰ ਆਫ ਲੈਂਡ ਆ ਉਹਨੂੰ ਪਰਮਾਨੈਂਟਲੀ ਜਿਹੜਾ ਠੇਕੇ 'ਤੇ ਜਾਂ ਕੰਟਰੈਕਚੁਅਲ ਬੇਸਿਸ 'ਤੇ ਲਊਗੀ ਫਰਮ, ਉਹਨੂੰ ਉਹਦਾ ਨੇਚਰ ਆਫ ਯੋਰ ਲੈਂਡ ਤੁਹਾਡੇ ਜ਼ਮੀਨ ਦੀ ਉਹਨੂੰ ਚੇਂਜ ਨਹੀਂ ਕਰ ਸਕਦੇ, ਫਿਜ਼ੀਕਲ ਢਾਂਚਾ ਨਾ ਜਿਹੜਾ ਉਹ ਚੇਂਜ ਨਹੀਂ ਕਰ ਸਕਦੇ। ਆਹ ਨਾ ਹੋਏ ਕਿ ਉਹਨੂੰ ਪੱਕੇ ਤੌਰ 'ਤੇ ਉੱਚਾ ਕਰਤਾ ਨੀਵਾਂ ਕਰਤਾ, ਨਹੀਂ, ਉਹਦੇ ਕੋਲੇ ਪਾਵਰਸ ਨਹੀਂ ਹੋਣਗੀਆਂ ਕਿਸੇ ਵੀ ਫਰਮ ਕੋਲੇ। ਉਸ ਫਰਮ ਕੋਲੇ ਸਿਰਫ ਉੱਥੇ
ਕੋਈ ਫਸਲ ਨੂੰ ਬੋ ਕੇ ਤੇ ਉਸ ਤੋਂ ਬਾਅਦ ਉਹਨੂੰ ਹਾਰਵੈਸਟ ਕਰਨ ਦੀਆਂ ਹੀ ਪਾਵਰਸ ਹੋਣਗੀਆਂ, ਉਹਦੇ 'ਚੋਂ ਉਪਜ ਲੈਣ ਦੀ ਹੀ ਪਾਵਰ ਹੋਊਗੀ। ਇਸ ਤੋਂ ਬਾਅਦ ਉਹਦੇ ਕੋਲ ਕੋਈ ਪਾਵਰ ਨਹੀਂ ਹੋਊਗੀ। ਉਹ ਕਿਸਾਨ ਦਾ ਕਿਸੇ ਤਰ੍ਹਾਂ ਨੁਕਸਾਨ ਨਹੀਂ ਕਰ ਸਕੂਗੀ। ਉਹ ਨੇਚਰ ਆ ਜਿਹੜਾ ਜ਼ਮੀਨ ਦਾ ਜਾਂ ਜਿਸ ਉਸ ਜ਼ਮੀਨ ਦਾ ਫਿਜ਼ੀਕਲ ਢਾਂਚਾ ਉਹ ਉਵੇਂ ਹੀ ਰਹੂਗਾ। ਉਹਦੇ 'ਚ ਕੋਈ ਬਦਲਾਵ ਆ ਜਿਹੜਾ ਉਹ ਫਰਮ ਨਹੀਂ ਕਰ ਸਕੂਗੀ। ਇਹ ਗੱਲ ਵੀ ਸਪਸ਼ਟ ਸ਼ਬਦਾਂ 'ਚ ਇਸ ਐਕਟ 'ਚ ਇਸੇ ਪੇਜ ਦੇ ਥੱਲੇ ਲਿਖ ਦਿੱਤੀ ਗਈ ਹੈ। ਤੇ ਇੱਕ ਅਖੀਰਲੀ ਗੱਲ ਇਹ ਹੋਊਗੀ, ਜਿਹੜੀ ਫਰਮ ਜਾਂ ਸਪਾਂਸਰ ਜਿਵੇਂ ਜਿਹਨੇ ਠੇਕੇ 'ਤੇ ਪੈੜੀ ਲਈ ਕਿਸਾਨ ਦੀ, ਉਹ ਉਸ ਜ਼ਮੀਨ 'ਚ ਜੇ ਸੀਡ ਪ੍ਰੋਡਕਸ਼ਨ ਕਰਦਾ ਤਾਂ ਉਹਨੂੰ 2/3 ਘੱਟੋ ਘੱਟ ਪੇਮੈਂਟ ਕਿਸਾਨ ਨੂੰ ਐਟ ਦਾ ਟਾਈਮ ਆਫ ਡਿਲੀਵਰੀ ਦੇਣੀ ਪਊਗੀ। ਅਤੇ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਪੇਮੈਂਟ ਆ ਉਹ ਹੈਗੀ ਆ ਉਹਨੂੰ 30 ਦਿਨ ਦੇ ਅੰਦਰ ਅੰਦਰ ਉਹਨੂੰ ਕਿਸਾਨ ਨੂੰ ਭੁਗਤਾਉਣੀ ਪਊਗੀ। ਅਤੇ ਨੋਰਮਲ ਕੇਸਾਂ 'ਚ ਜਿਹੜੇ ਇੱਥੇ ਆਮ ਪੈਦਾਵਾਰ ਕਰਦਾ ਹੋਊਗਾ ਉਸ ਦੀ ਹੁਣ ਪੇਮੈਂਟ ਐਟ ਦਾ ਟਾਈਮ ਆਫ ਡਿਲੀਵਰੀ, ਉਹ ਜਦੋਂ ਵੀ ਉਹ ਕ੍ਰੌਪ ਦੀ ਡਿਲੀਵਰੀ ਲਊਗਾ ਉਦੋਂ ਸਾਰੀ ਦੀ ਸਾਰੀ ਪੇਮੈਂਟ ਕਿਸਾਨ ਨੂੰ ਉਹਨੂੰ ਦੇਣੀ ਹੋਊਗੀ ਅਤੇ ਨਾਲ ਹੀ ਉਹਦੀ ਰਸੀਦ ਉਹ ਕਿਸਾਨ ਨੂੰ ਦੇ ਦੂਗਾ। ਇਹ ਗੱਲਾਂ ਵੀ ਇਸ ਆਰਡੀਨੈਂਸ 'ਚ ਲਿਖੀਆਂ ਗਈਆਂ। ਇਹ ਮੈਂ ਤਾਂ ਦੱਸ ਰਿਹਾ ਕਿ ਕਈਆਂ ਨੂੰ ਆਪਾਂ ਨੂੰ ਚਲੋ ਹੁਣੇ ਪਾਸ ਤਾਂ ਹੋ ਹੀ ਗਿਆ, ਚਾਹੇ ਨਹੀਂ ਵੀ ਚਾਹੁੰਦੇ ਸੀ ਕਿਸਾਨ, ਪਰ ਇਹਦੇ ਬਾਰੇ ਇਹ ਗੱਲਾਂ ਵੀ ਕੁਛ ਪਤਾ ਹੋਣ ਤਾਂ ਚੰਗਾ ਹੋਊਗਾ, ਤੁਹਾਨੂੰ ਕਲੀਅਰ ਹੋਊਗਾ ਕਿ ਹਾਂ ਪੇਮੈਂਟ ਦਾ ਵੀ ਉਹਦੇ ਵਿੱਚ ਪ੍ਰਾਵਧਾਨ ਕੀਤਾ ਗਿਆ। ਇਹ ਸਭ ਤਾਂ ਹੋ ਗਈਆਂ ਕਾਗਜ਼ੀ ਗੱਲਾਂ ਐਕਟ ਬਾਰੇ। ਹੁਣ ਕੁਝ ਮੈਂ ਗੱਲਾਂ ਕਿਸਾਨ ਬਾਰੇ ਕਰਨਾ ਚਾਹੁੰਦਾ, ਆਪਣੇ ਮਨ ਦੇ ਜਿਹੜੇ ਭਾਵ ਆ ਉਹ ਵਿਅਕਤ ਕਰਨਾ ਚਾਹੁੰਦਾ। ਕੁਝ ਲਾਈਨਾਂ ਜੋ ਮੇਰੇ ਦਿਮਾਗ 'ਚ ਨੇ, ਕੁਝ ਲਿਖੀਆਂ ਕੁਝ ਦਿਮਾਗ 'ਚ ਨੇ ਕਿਸਾਨ ਬਾਰੇ। ਇਹ ਉਹ ਕਿਸਾਨ ਹੈ ਜੋ ਕਿਸਮਤ ਦਾ ਹਾਰਿਆ ਇਨਸਾਨ ਹੈ, ਜਿਸ ਨੂੰ ਸਿਰਫ ਹਰ ਵਾਰ ਸੱਟ ਮਾਰੀ ਤਾਂ ਕਿਸਮਤ ਨੇ ਮਾਰੀ ਜਾਂ ਸਮੇਂ ਦੀਆਂ ਸਰਕਾਰਾਂ ਨੇ। ਜਦੋਂ ਲੋੜ ਪਈ ਮੁਲਕ ਨੂੰ ਤਾਂ ਕਿਸਾਨ ਆਪਣੇ ਆਪ ਨੂੰ ਵਾਰਨ ਲਈ ਮੂਹਰਲੀ ਕਤਾਰ 'ਚ ਆ ਖਲੋਤਾ। ਚਾਹੇ ਗੱਲ ਹੋਏ ਗ੍ਰੀਨ ਰੈਵੋਲਿਊਸ਼ਨ ਦੀ, ਭਾਵ ਹਰੀ ਕ੍ਰਾਂਤੀ ਦੀ, ਜਾਂ ਆਪਣੇ ਮੁਲਕ ਨੂੰ ਆਪਣਾ ਪਰਿਵਾਰ ਮੰਨ ਕੇ ਉਸਦੇ ਹਰ ਬੰਦੇ ਦਾ ਢਿੱਡ ਭਰਨ ਦੀ। ਪਰ ਇਤਿਹਾਸ ਗਵਾਹ ਹੈ ਕਿ ਬਦਲੇ 'ਚ ਕਿਸਾਨ ਨੂੰ ਠੁੱਡੇ ਹੀ ਵੱਜੇ ਜਾਂ ਕੋਝਾ ਮਜ਼ਾਕ ਹੀ ਕਿਸਾਨ ਦੀ ਜ਼ਮੀਰ ਨੂੰ ਝੰਜੋੜਦਾ ਰਿਹਾ। ਪਰ ਫਿਰ ਵੀ ਕਿਸਾਨ ਆਪਣੀ ਸੁਆਣੀ ਅੱਗੇ, ਬੱਚਿਆਂ ਅੱਗੇ, ਜਵਾਨ ਹੋਈ ਧੀ ਅੱਗੇ ਜਾਂ ਆਪਣੇ ਬੁੱਢੇ ਮਾਂ-ਬਾਪ ਅੱਗੇ ਹੱਸ ਕੇ ਜ਼ਿੰਦਗੀ ਦੀ ਜੰਗ ਲੜਦਾ ਰਿਹਾ। ਉਹ ਵੀ ਇਸੇ ਉਮੀਦ 'ਚ ਕਿ ਉਸ ਨੂੰ ਭਰੋਸਾ ਸੀ ਕਿ ਇੱਕ ਨਾ ਇੱਕ ਦਿਨ ਉਸਦੇ ਆਪਣੇ ਮੁਲਕ ਦੇ ਲੋਕ ਜਾਂ ਸਰਕਾਰ, ਉਸਦੇ ਆਪਣੇ ਲੋਕ, ਉਸਦੀ ਆਪਣੀ ਸਰਕਾਰ ਉਸਦੀ ਕੀਤੀ ਮਿਹਨਤ ਦਾ ਫਲ ਜ਼ਰੂਰ ਦੇਣਗੇ। ਪਰ ਇਹ ਗੱਲ ਤੋਂ ਬੇਖਬਰ ਸੀ, ਅਣਜਾਣ ਸੀ ਕਿ ਉਸਦੀ ਪਿੱਠ ਥਪਥ ਪਾਉਣ ਦੀ ਜਗ੍ਹਾ ਸਰਕਾਰ ਉਸ ਨੂੰ ਅਤੇ ਉਸਦੀਆਂ ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਦੇ ਨਾ ਮੁੱਕਣ ਵਾਲਾ ਦਰਦ ਦੇ ਜਾਣਗੇ। ਕਿਸਾਨ ਦੇ ਪੁਰਖੇ ਖੂਨ ਪਸੀਨਾ ਵਹਾਉਂਦੇ ਰਹੇ ਇਸੇ ਉਮੀਦ 'ਚ ਕਿ ਜਿਹੜੇ ਸ਼ੌਂਕ ਉਹ ਨਹੀਂ ਪੂਰਾ ਕਰ ਸਕੇ, ਅੱਗੇ ਉਸਦੀਆਂ ਆਉਣ ਵਾਲੀਆਂ ਨਸਲਾਂ ਕਰਨਗੀਆਂ, ਉਸਦੇ ਪੋਤੇ ਪੋਤੀਆਂ ਕਰਨਗੇ, ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਰਨਗੀਆਂ। ਉਜਾੜ ਪਈ ਜ਼ਮੀਨ ਨੂੰ ਬਲਦ ਜੋੜ 24 ਘੰਟੇ ਕੰਮ ਕਰ ਉਸ ਨੂੰ ਉਪਜਾਊ ਕੀਤਾ। ਫਟੇ ਪੁਰਾਣੇ ਕੱਪੜੇ ਪਾ ਕੇ ਦਿਨ ਕੱਟੇ, ਮਿੱਟੀ ਨਾਲ ਮਿੱਟੀ ਹੋ ਗਏ। ਲੂਣ ਨਾਲ ਰੋਟੀ ਖਾਧੀ, ਪਾਣੀ ਵਾਲੀ ਚਾਹ ਪੀਤੀ। ਆਪਣੇ ਜਵਾਕਾਂ ਦੇ ਸ਼ੌਂਕ ਮਰਦੇ ਦੇਖ ਉਸਦਾ ਕਾਲਜਾ ਫਟਦਾ ਰਿਹਾ। ਹੱਥਾਂ ਪੈਰਾਂ 'ਤੇ ਛਾਲੇ ਪੈ ਗਏ। ਕਿਸਾਨ ਉਸ ਵੇਲੇ ਤੇ ਉਸਦੀ ਸੁਆਣੀ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋ ਗਏ। ਨਾ ਤਾਂ ਬਚਪਨ ਮਿਲਿਆ ਅਤੇ ਨਾ ਹੀ ਜਵਾਨੀ ਮਾਣੀ, ਪਰ ਉਸ ਹੀ ਕਿਸਾਨ ਨੇ ਅੱਜ ਤੱਕ ਸੀ ਨਾ ਕੀਤੀ। ਇੰਨੇ ਸਮੇਂ ਬਾਅਦ ਜਦੋਂ ਸਮਾਂ ਕਰਵਟ ਹੀ ਲੈ ਰਿਹਾ ਸੀ, ਕਿਸਾਨ ਨੇ ਆਪਣੇ ਬੱਚੇ ਪੜ੍ਹਨ ਹੀ ਲਾਏ ਸੀ, ਤਾਂ ਉਸ ਨੂੰ ਆਪਣੀ ਸਰਕਾਰਾਂ 'ਤੇ ਮਾਣ ਹੀ ਹੋਣ ਲੱਗਾ ਸੀ। ਉਸ ਤੋਂ ਪਹਿਲਾਂ ਹੀ ਉਸ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਜੋ ਮਿਹਨਤਾਂ ਜਾਂ ਬਲੀਦਾਨ ਉਸਨੇ ਕੀਤੇ ਹਨ ਉਹ ਵਿਅਰਥ ਹਨ। ਅੱਜ ਉਸਦੇ ਪੁਰਖੇ ਉੱਪਰੋਂ ਦੇਖ ਭੁੱਬਾਂ ਮਾਰਦੇ ਹੋਣਗੇ ਕਿ ਅਸੀਂ ਕਿਹੜੇ ਲੋਕਾਂ ਲਈ ਆਪਣੀ ਜ਼ਿੰਦਗੀ ਗਾਲ ਦਿੱਤੀ, ਜਿਨ੍ਹਾਂ ਸਰਕਾਰਾਂ ਨੇ ਉਸਦੀ ਭੋਰਾ ਕਦਰ ਨਹੀਂ ਜਾਣੀ। ਸਹੀ ਮਾਇਨੇ ਵਿੱਚ ਅੱਜ ਦਿਲ ਭਰ ਆਇਆ, ਰੂਹ ਕੰਬ ਉੱਠੀ। ਰੂਹ ਤਾਂ ਕੰਬਣੀ ਹੀ ਸੀ, ਕਿਉਂਕਿ ਕਈ 100 ਸਾਲ ਸਾਡੇ ਬਜ਼ੁਰਗਾਂ ਤੋਂ ਲੈ ਅੱਜ ਤੱਕ ਅਸੀਂ ਦਿਨ ਰਾਤ ਮਿਹਨਤਾਂ ਕਰਦੇ ਰਹੇ। ਪਹਿਲਾਂ ਤਾਂ ਸਾਰੀ ਉਮਰ ਦੇਸ਼ ਦੇ ਲੇਖੇ ਹੀ ਨਿਕਲ ਗਈ, ਪਰ ਆਪਣੇ ਲਈ ਜਦੋਂ ਕੁਝ ਕਰਨ ਦਾ ਸਮਾਂ ਆਇਆ ਤਾਂ ਸਾਡੇ ਤੋਂ ਸਾਡੀ ਮਾਂ ਵਰਗੀ ਜ਼ਮੀਨ ਖੋਣ ਦੀਆਂ ਸਾਜ਼ਿਸ਼ਾਂ ਸਕੀਮਾਂ ਘੜ ਦਿੱਤੀਆਂ ਗਈਆਂ। ਇਹ ਤਾਂ ਉਹ ਗੱਲ ਹੀ ਹੋ ਗਈ ਸੱਜਣੋ
ਜਿੱਦਾਂ ਕਿਸੇ ਨਿਆਣੇ ਕੋਲੋਂ ਉਸ ਦੀ ਮਾਂ ਹੀ ਖੋਹ ਲਈ ਜਾਵੇ। ਅੰਤ ਵਿੱਚ ਇਹੀ ਕਹਾਂਗਾ ਕਿ ਕਿਸਾਨ ਹਰ ਗੱਲ ਜਰ ਸਕਦਾ ਹੈ, ਹਰ ਵਕਤ ਆਪਣੇ ਆਪ ਨੂੰ ਹੌਸਲਾ ਦਿੰਦਾ ਰਿਹਾ ਹੈ, ਪਰ ਅੱਜ ਦੀਆਂ ਸਰਕਾਰਾਂ ਨੇ ਜੋ ਕੀਤਾ ਹੈ ਇਹ ਕੋਝਾ ਮਜ਼ਾਕ ਕਦੇ ਵੀ ਨਹੀਂ ਜਰ ਸਕੇਗਾ। ਚਾਹੇ ਅੱਜ ਕਿਸਾਨ ਦੀਆਂ ਅੱਖਾਂ ਵਿੱਚੋਂ ਨੀਰ ਵਗ ਰਿਹਾ ਹੈ, ਪਰ ਦਸ਼ਮੇਸ਼ ਪਿਤਾ ਨੇ ਉਹਨਾਂ ਨੂੰ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਹੈ ਅਤੇ ਜੂਝ ਕੇ ਆਪਣੇ ਹੱਕਾਂ ਲਈ ਅੜਨਾ ਵੀ ਸਿਖਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹੱਕ ਇੱਥੇ ਰੱਖ।